ਆ ਦੇਖੋ ਤੁਸੀਂ ਜਦ ਤੁਸੀਂ ਇੱਥੇ ਦਬਾਤਾ ਹੋਣਾ ਨਾ ਇੱਥੇ ਦਬਾਉਂਦੇ ਇੱਥੇ ਜਾ ਕੇ ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸੈਭੰ ਗੁਰ ਪ੍ਰਸਾਦ। ਧੰਨ ਧੰਨ ਹਜ਼ੂਰ ਨਾਭ ਕੁਲਵਾਇਆ ਸਾਹਿਬ ਜੀ, ਧੰਨ ਧੰਨ ਮਹਾਰਾਜ ਅਵਧੂਤ ਸਾਹਿਬ ਜੀ। ਕਵਿਤ ਅੰਕੁਰ ਜਿਉ ਏਕ ਬਟ ਸੂਖਮ ਸੇ ਸੂਖਮ ਸੀ, तिनके हो तीन डाल भया विस्तार है। एक से दो तीन चार भय हैं हजार यार, लाख ते करोड़ अरब खरब बेसुमार है। ऐसे एक आत्मा से मन चित बुद्ध होए, रजो तमो सतो तीन गुणा संसार है। पाए ऐसा मूल नहीं अरज अतुल जामद, दास भगवान सही आत्म विचार है। जेर साया काल क्यों होवे ए अकाल, बात बड़ी ही मुहाल डाल अंकर समावणे। मिले कामल जे पीर हो दामन बगीर, ऐसी कर तदबीर तक दीर तीर चावणे। बात असली विचार होया कहाँ से पसार, ऐसे करके समार निराकार निज पावणे। आप को निहार पाया एक ओंकार, जब दास भगवान पड़े प्रेम के बचावणे। मल कियो वसली हकीकी जो वजूद तिन, हसती भी यही बचाए सम जुनानी है। सूखम थे थूल और कारण शरीर एहे, हिंदगी जवान नाम तिने ही बखानी है। अपना जो आप तुरिया सबका अधिष्ठान, अपना जो आप तुरिया सबका अधिष्ठान। लखे जो तिसे को सोई आरफ ज्ञानी है। दर जय लहूत पर जाए भगवान दास, होए खुद नूर जो खावंद ए लसानी है। तीन तवा के मकान तीन हसती पशान, गुण तीनन की कान में दुकान को चलाया है। तीन तवा दरमियान हुआ सगल जहान, ऐसे करके समान रची त्रिगुणी माया है। पंचीकरण पसार किया कुल संसार, निराकार से आकार बन आपको पुलाया है। पाए पाए शान होया शान से बेशान शान, दास भगवान बाला
सान सानी को पुलाया है। सुन से स्वभावक स्वभाव ही की ताकत से सूरत सलोनी आए पढ़िया करार है। सूरत और नाम एक ही कहावत है। तीन आस्थान में पढ़िया फलार है। ऐसी रच के खलार लाए बैठियाँ बाजार ताही होई है खुआर छड़ बैठी जब सार है। ताही लहे ए आनंद फड़े सुनदा जे चंद ताही लहे ए आनंद फड़े सुनदा जो रंद। हुण दास भगवान सुन अपर अपार है। जिगर में आए नाम रूह का तब ही होए। दिल अस्थान नाम इसदा है वानी है। नीचले मकान छोड़ चल अब ऊपर को अंतर दिमाग बन बैठी नफसानी है। बैठ के अलग देख अंतर ध्यान हो बनावट एक आप विस्तार सब फानी है। पंचीकरण कहो कहाँ जहाँ हुआ है अपंची। करन दास भगवान ऐसे सुन ए लसानी है। तीन देवताओं किया पूरियाँ ए तीन जान। तीन ही स्वभाव प्राकृत आचार है। जहाँ जहाँ लग दी है सूरत दृढ़ होए। तहाँ तहाँ रच दी विलक्षण एकार है। जितनियाँ ताकतां जहान कियां रूह विच रूह का खजाना ऐसा अपर अपार है। तीनों गुणों का त्याग चौथे पद में जा लाग। ह्यों दास भगवान तुरिया पद निराकार है। ਧੰਨ ਧੰਨ ਹਜ਼ੂਰ ਨਾਭ ਕਮਲ ਰਾਜਾ ਸਾਹਿਬ ਜੀ, ਧੰਨ ਧੰਨ ਅਵਧੂਤ ਸਾਹਿਬ ਜੀ ਮਹਾਰਾਜ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਹਜ਼ੂਰ ਨਾਭ ਕਮਲ ਰਾਜਾ ਸਾਹਿਬ ਜੀ ਆਪਣੀ ਇਸ ਪਵਿੱਤਰ ਬਾਣੀ ਵਿੱਚ ਉਸ ਸਮੇਂ ਦਾ ਵਿਖਿਆਨ ਕਰ ਰਹੇ ਹਨ ਜਦੋਂ ਇਹ ਸ੍ਰਿਸ਼ਟੀ ਬਣੀ ਹੈ ਅਤੇ ਇਸ ਦਾ ਵਿਸਥਾਰ ਉਸ ਪਰਮੇਸ਼ਵਰ ਦੀ ਮਰਜ਼ੀ ਨਾਲ ਹੋਇਆ ਹੈ। ਗੁਰੂ ਨਾਨਕ ਸਾਹਿਬ ਜੀ ਨੇ ਵੀ ਆਪਣੀ ਪਵਿੱਤਰ ਗੁਰਬਾਣੀ ਸ਼੍ਰੀ ਜਪਜੀ ਸਾਹਿਬ ਵਿੱਚ ਇਸ ਤਰ੍ਹਾਂ ਬਿਆਨ ਕੀਤਾ ਹੈ। ਏਕਾ ਮਾਈ ਜੁਗਤ ਬਿਆਈ ਤਿੰਨ ਚੇਲੇ ਪ੍ਰਵਾਨ। ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ। ਅਰਥਾਤ ਇਸ ਸ੍ਰਿਸ਼ਟੀ ਦੇ ਆਰੰਭ ਦੇ ਸਮੇਂ ਤੋਂ ਹੀ ਤਿੰਨ ਮੁੱਖ ਸ਼ਕਤੀਆਂ ਸਮੇਂ ਦੇ ਪੈਗੰਬਰਾਂ ਨੇ ਪ੍ਰਵਾਨ ਕੀਤੀਆਂ ਹਨ। ਉਤਪਤੀ ਦੇ ਕਾਰਕ ਸ਼੍ਰੀ ਬ੍ਰਹਮਾ ਜੀ, ਇਸ ਸੰਸਾਰ ਦੀ ਪਾਲਣਾ ਕਰਨ ਵਾਲੇ ਸ਼੍ਰੀ ਹਰੀ ਅਰਥਾਤ ਨਾਰਾਇਣ ਜੀ ਅਤੇ ਵਿਨਾਸ਼ ਕਰਨ ਵਾਲੇ ਮਹੇਸ਼ ਅਰਥਾਤ ਸ਼ਿਵ ਜੀ ਮਹਾਰਾਜ।
ਪਰ ਬ੍ਰਹਮਾ ਜੀ ਦਾ ਕੰਮ ਕੇਵਲ ਜੀਵਾਂ ਜਾਂ ਚੀਜ਼ਾਂ ਦੀ ਉਤਪਤੀ ਕਰਨਾ ਹੀ ਨਹੀਂ ਹੈ, ਉਹ ਗਿਆਨ ਨੂੰ ਉਤਪੰਨ ਕਰਨ ਵਾਲੇ ਦੇਵ ਵੀ ਹਨ। ਸ਼੍ਰੀ ਹਰੀ ਦਾ ਕੰਮ ਕੇਵਲ ਸੰਸਾਰ ਦੀ ਪਾਲਣਾ ਕਰਨਾ ਹੀ ਨਹੀਂ ਹੈ, ਸਗੋਂ ਉਹ ਦੇਵਤਿਆਂ ਦੇ ਸੱਤ ਵੱਲ ਦੀ ਰੱਖਿਆ ਅਤੇ ਧਰਮ ਦੀ ਰੱਖਿਆ, ਧਰਮ ਦੀ ਸਥਾਪਨਾ ਕਰਨ ਦੇ ਨਾਲ ਨਾਲ ਧਰਮ ਦੀ ਪਾਲਣਾ ਕਰਨ ਵਾਲੇ ਵਿਅਕਤੀਆਂ ਵਿੱਚ ਉਸ ਪਰਮ ਤੱਤ ਦੀ ਪਾਲਣਾ ਵੀ ਕਰਦੇ ਹਨ ਅਤੇ ਇਹ ਸੋਝੀ ਵੀ ਦਿੰਦੇ ਹਨ ਕਿ ਕਿਹੜਾ ਕੰਮ ਧਰਮ ਅਨੁਸਾਰ ਸਹੀ ਹੈ ਅਤੇ ਕਿਹੜਾ ਗਲਤ ਹੈ। ਅਤੇ ਸ਼ਿਵ ਜੀ ਮਹਾਰਾਜ ਕੇਵਲ ਵਿਨਾਸ਼ ਦੇ ਪ੍ਰਤੀਕ ਨਹੀਂ ਹਨ, ਉਹ ਮਨੁੱਖੀ ਜੀਵਨ ਵਿੱਚ ਫੈਲੇ ਹੰਕਾਰ ਅਤੇ ਹਨੇਰੇ ਦਾ, ਅਗਿਆਨਤਾ ਦਾ ਵਿਨਾਸ਼ ਕਰਕੇ ਮੁਕਤੀ ਦਾ ਮਾਰਗ ਦੱਸਣ ਵਾਲੇ ਵੀ ਦੇਵ ਮੰਨੇ ਜਾਂਦੇ ਹਨ। ਪਰ ਇਹਨਾਂ ਸਭ ਦੀ ਸੋਝੀ ਗੁਰੂ ਦੀ ਕਿਰਪਾ ਦੇ ਨਾਲ ਹੀ ਪ੍ਰਾਪਤ ਹੁੰਦੀ ਹੈ। ਇਸ ਕਰਕੇ ਮਹਾਰਾਜ ਨਾਭ ਕਮਲ ਰਾਜਾ ਸਾਹਿਬ ਗੁਰੂ ਨੂੰ ਪਰਮੇਸ਼ਵਰ ਨਾਲੋਂ ਵੀ ਉੱਚਾ ਦਰਜਾ ਦਿੰਦੇ ਹਨ। ਪਰਮੇਸ਼ਵਰ ਨੇ ਸਮਝ ਅਤੇ ਸਿਮਰਨ ਕਰਨ ਦੀ ਸ਼ਕਤੀ ਇਸ ਸੰਸਾਰ ਵਿੱਚ ਮਨੁੱਖਾਂ ਨੂੰ ਬਖਸ਼ਿਸ਼ ਕੀਤੀ ਹੈ। ਸਿਰਜਣ ਕਰਨ ਦੀ ਸ਼ਕਤੀ ਅਤੇ ਸਮਝ ਤਾਂ ਸੰਸਾਰ ਦੇ ਸਭ ਜੀਵਾਂ ਵਿੱਚ ਹੈ, ਫਿਰ ਇਸ ਮਨੁੱਖ ਵਿੱਚ ਐਸਾ ਕੀ ਹੈ ਜੋ ਇਸ ਜੂਨੀ ਨੂੰ ਸਭ ਤੋਂ ਉੱਤਮ ਮੰਨਿਆ ਗਿਆ ਹੈ। ਭਾਵ ਜੋ ਪਰਮ ਤੱਤ ਇਸ ਸਾਰੀ ਕਾਇਨਾਤ ਵਿੱਚ ਦਾ ਮੂਲ ਹੈ, ਉਸ ਨੂੰ ਇਸ ਸਰੀਰ ਵਿੱਚ ਰਹਿ ਕੇ ਹੀ ਪ੍ਰਾਪਤ ਕੀਤਾ ਜਾਂਦਾ ਹੈ, ਕਿਉਂਕਿ ਇਸ ਜੂਨੀ ਵਿੱਚ ਗੁਰੂ ਦੀ ਕਿਰਪਾ ਸਦਕਾ ਜੀਵ ਆਪਣੀ ਸਮਰੱਥਾ ਅਨੁਸਾਰ ਆਪਣੀ ਸੁਰਤੀ ਨੂੰ ਉਸ ਜਗ੍ਹਾ ਟਿਕਾ ਕੇ ਪਰਮੇਸ਼ਵਰ ਦੀ ਬੰਦਗੀ ਕਰਦੇ ਹਨ ਜਿੱਥੇ ਜਿੱਥੇ ਉਹਨਾਂ ਦਾ ਅਸਥਾਨ ਹੈ। ਇਸ ਤਰ੍ਹਾਂ ਇਸ ਸਰੀਰ ਵਿੱਚ ਰਹਿੰਦੇ ਹੋਏ ਉਹ ਪਰਮਾਤਮਾ ਤੱਕ ਪਹੁੰਚਦੇ ਹਨ ਅਤੇ ਆਪਣਾ ਜੀਵਨ ਸਫਲ ਕਰਦੇ ਹਨ ਅਤੇ ਉਸ ਪਰਮੇਸ਼ਵਰ ਤੱਕ ਪਹੁੰਚਣ ਦਾ ਰਸਤਾ ਗੁਰੂ ਦੁਆਰਾ ਦਿੱਤਾ ਗਿਆ ਨਾਮ ਦੱਸਦਾ ਹੈ। ਇਸ ਲਈ ਗੁਰੂ ਦੀ ਬੜੀ ਮਹਿਮਾ ਹੈ। ਜਿਸ ਮਨੁੱਖ ਅੰਦਰ ਸਮਰਪਣ ਦੀ ਭਾਵਨਾ ਜਿੰਨੀ ਜ਼ਿਆਦਾ ਹੁੰਦੀ ਹੈ, ਉਹ ਉਤਨੀ ਹੀ ਜਲਦੀ ਉਸ ਪਰਮੇਸ਼ਵਰ ਤੱਕ ਜਲਦੀ ਪਹੁੰਚਦਾ ਹੈ। ਭਾਵ ਉਸ ਨੂੰ ਉਤਨੀ ਹੀ ਜਲਦੀ ਪਰਮੇਸ਼ਵਰ ਦੀ ਕਿਰਪਾ ਪ੍ਰਾਪਤ ਹੁੰਦੀ ਹੈ। ਲਗਭਗ ਸਾਰੇ ਪੁਰਾਣਾਂ ਵਿੱਚ ਇਸ ਗੱਲ ਨਾਲ ਸਹਿਮਤੀ ਹੈ ਕਿ ਇਸ ਸੰਸਾਰ ਦੀ ਉਤਪਤੀ ਦੇ ਸਮੇਂ ਜੋ ਪਹਿਲਾਂ ਸ਼੍ਰੀ ਹਰੀ ਅਤੇ ਫਿਰ ਉਹਨਾਂ ਦੇ ਨਾਭੀ ਕਮਲ 'ਤੇ ਬ੍ਰਹਮਾ ਜੀ ਉਤਪੰਨ ਹੋਏ, ਤਾਂ ਉਹਨਾਂ ਦੋਵਾਂ ਵਿੱਚ ਸ੍ਰੇਸ਼ਟਤਾ ਲਈ ਬਹਿਸ ਹੋਈ। ਤਾਂ ਉਹਨਾਂ ਸਾਹਮਣੇ ਇੱਕ ਪ੍ਰਕਾਸ਼ ਸਤੰਭ ਜੋ ਸ਼ਿਵਲਿੰਗ ਦੇ ਆਕਾਰ ਦਾ ਸੀ ਪ੍ਰਗਟ ਹੋਇਆ ਅਤੇ ਆਕਾਸ਼ ਬਾਣੀ ਹੋਈ ਕਿ ਜਿਹੜਾ ਇਸ ਸਤੰਭ ਦਾ ਆਰੰਭ ਜਾਂ ਅੰਤ ਪਤਾ ਕਰ ਲਵੇਗਾ ਉਹ ਸ੍ਰੇਸ਼ਟ ਮੰਨਿਆ ਜਾਵੇਗਾ। ਸ਼੍ਰੀ ਹਰੀ ਨੇ ਉੱਪਰ ਵੱਲ ਅਤੇ ਬ੍ਰਹਮਾ ਜੀ ਨੇ ਹੇਠਾਂ ਵੱਲ ਦੇ ਪਾਸੇ ਨੂੰ ਆਪਣੀ ਯਾਤਰਾ ਆਰੰਭ ਕੀਤੀ। ਥੱਲੇ ਵੱਲ ਜਦੋਂ ਬ੍ਰਹਮਾ ਜੀ ਨੇ ਚੱਲਣਾ ਆਰੰਭ ਕੀਤਾ ਤਾਂ ਉਹ ਉਸ ਦਾ ਅੰਤ ਲੱਭਦੇ ਲੱਭਦੇ ਥੱਕ ਗਏ। ਤਾਂ ਉਹਨਾਂ ਸੋਚਿਆ ਕਿ ਇੱਥੇ ਕੋਈ ਮੇਰੇ ਤੋਂ ਬਿਨਾਂ ਹੈ ਨਹੀਂ ਅਤੇ ਮੈਂ ਜਾ ਕੇ ਨਾਰਾਇਣ ਤੋਂ ਪਹਿਲਾਂ ਕਹਿ ਦੇਵਾਂਗਾ ਕਿ ਮੈਂ ਇਸ ਪ੍ਰਕਾਸ਼ ਸਤੰਭ ਦਾ ਅੰਤ ਵੇਖ ਲਿਆ ਹੈ ਅਤੇ ਮੈਂ ਉੱਤਮ ਮੰਨਿਆ ਜਾਵਾਂਗਾ। ਪਰ ਉਸ ਜਗ੍ਹਾ ਜਿੱਥੇ ਬ੍ਰਹਮਾ ਜੀ ਰੁਕ ਗਏ ਸਨ, ਉੱਥੇ ਕੇਤਕੀ ਦਾ ਬੂਟਾ ਉਤਪੰਨ ਹੋ ਗਿਆ, ਕਿਉਂਕਿ ਬ੍ਰਹਮਾ ਜੀ ਉੱਥੇ ਜਾ ਕੇ ਰੁਕੇ ਸਨ। ਪਰ ਬ੍ਰਹਮਾ ਜੀ ਨੇ ਕੇਤਕੀ ਦੇ ਬੂਟੇ ਨੂੰ ਆਪਣੇ ਨਾਲ ਗਵਾਹੀ ਦੇਣ ਲਈ ਮਨਾ ਲਿਆ।
ਪਰ ਸ੍ਰੀ ਹਰੀ ਨੇ ਉੱਪਰ ਵੱਲ ਆਪਣੀ ਯਾਤਰਾ ਵਿੱਚ ਇਹ ਅਨੁਭਵ ਕੀਤਾ ਕਿ ਇਸ ਪ੍ਰਕਾਸ਼ ਸਤੰਭ ਦਾ ਆਰੰਭ ਪਤਾ ਕਰਨਾ ਮੇਰੀ ਸਮਝ ਵਿੱਚ ਨਹੀਂ ਹੈ। ਤਾਂ ਉਹਨਾਂ ਨੇ ਬੜੀ ਹੀ ਨਿਮਰਤਾ ਨਾਲ ਜਵਾਬ ਦਿੱਤਾ ਕਿ ਤੁਹਾਡਾ ਕੋਈ ਆਰੰਭ ਮੈਨੂੰ ਨਹੀਂ ਮਿਲਿਆ। ਪਰ ਬ੍ਰਹਮਾ ਜੀ ਨੇ ਝੂਠ ਬੋਲ ਦਿੱਤਾ ਸੀ। ਤਾਂ ਉਸ ਪ੍ਰਕਾਸ਼ ਸਤੰਭ ਨੇ ਸ਼੍ਰੀ ਹਰੀ ਨੂੰ ਦੀ ਨਿਮਰਤਾ ਵੇਖ ਕੇ ਉਹਨਾਂ ਨੂੰ ਉੱਤਮ ਘੋਸ਼ਿਤ ਕਰ ਦਿੱਤਾ ਅਤੇ ਉਹਨਾਂ ਨੂੰ ਭਗਤੀ ਕਰਨ ਲਈ ਪ੍ਰੇਰਿਤ ਕੀਤਾ। ਬ੍ਰਹਮਾ ਜੀ ਅਤੇ ਸ਼੍ਰੀ ਹਰੀ ਨੇ ਬੇਨਤੀ ਕੀਤੀ ਕਿ ਸਾਨੂੰ ਆਪਣੇ ਰੂਪ ਦੇ ਦਰਸ਼ਨ ਦਿਓ। ਤਾਂ ਸ਼ਿਵ ਜੀ ਮਹਾਰਾਜ ਪ੍ਰਗਟ ਹੋਏ, ਪਰ ਉਹਨਾਂ ਨੇ ਨਾਲ ਹੀ ਆਪਣੇ ਆਪ ਨੂੰ ਪਰਮਾਤਮਾ ਨਹੀਂ ਦੱਸਿਆ। ਉਹਨਾਂ ਨੇ ਦੱਸਿਆ ਕਿ ਇੱਕ ਪਰਮ ਤਾਕਤ ਹੋਰ ਹੈ ਅਤੇ ਉਸ ਨੂੰ ਜਾਣਨ ਲਈ ਤੁਹਾਨੂੰ ਇਸ ਪ੍ਰਕਾਸ਼ ਸਤੰਭ ਜੋ ਸ਼ਿਵਲਿੰਗ ਦੇ ਰੂਪ ਵਿੱਚ ਹੈ ਦੀ ਭਗਤੀ ਕਰਨੀ ਪਵੇਗੀ। ਹੁਣ ਬਹੁਤ ਸਾਰੇ ਲੋਕ ਆਪਣੀ ਅਗਿਆਨਤਾ ਕਾਰਨ ਇਸ ਨੂੰ ਸ਼ਿਵ ਜੀ ਮਹਾਰਾਜ ਦਾ ਲਿੰਗ ਸਮਝਣ ਲੱਗਦੇ ਹਨ, ਪਰ ਅਸਲ ਵਿੱਚ ਐਸਾ ਨਹੀਂ ਹੈ। ਸ਼ਿਵ ਦਾ ਅਰਥ ਹੈ ਕਿ ਉਹ ਪਰਮ ਤੱਤ ਜੋ ਸਾਰਿਆਂ ਵਿੱਚ ਉੱਤਮ ਪੁਰਸ਼ ਮੰਨਿਆ ਜਾਂਦਾ ਹੈ, ਅਤੇ ਲਿੰਗ ਦਾ ਅਰਥ ਹੈ ਪ੍ਰਤੀਕ। ਜਦੋਂ ਕੋਈ ਮਨੁੱਖ ਸਤਿਗੁਰ ਦੀ ਸ਼ਰਨ ਜਾਂਦਾ ਹੈ ਤਾਂ ਉਹ ਗਿਆਨ ਬਖਸ਼ਿਸ਼ ਕਰਦੇ ਹਨ ਕਿ ਸ਼ਿਵਲਿੰਗ ਕੀ ਹੈ, ਸ਼੍ਰੀ ਹਰੀ ਕੌਣ ਹਨ ਅਤੇ ਬ੍ਰਹਮਾ ਜੀ ਕੌਣ ਹਨ। ਸਤਿਗੁਰ ਕੋਈ ਭਰਮ ਜਾਲ ਨਹੀਂ ਪਾਉਂਦਾ, ਸਗੋਂ ਭਰਮ ਨਸ਼ਟ ਕਰਦਾ ਹੈ। ਹੁਣ ਜੇ ਕੋਈ ਮਨੁੱਖ ਐਸੇ ਮਨੁੱਖ ਨੂੰ ਗੁਰੂ ਬਣਾ ਲਵੇ ਜਿਸ ਨੂੰ ਆਪ ਹੀ ਗਿਆਨ ਨਹੀਂ ਹੈ, ਤਾਂ ਉਸ ਦੇ ਮਗਰ ਲੱਗਣ ਵਾਲਿਆਂ ਦਾ ਕੀ ਬਣੇਗਾ। ਇਸ ਨੂੰ ਗਿਆਨਵਾਨ ਮਨੁੱਖ ਸਹਿਜੇ ਹੀ ਅਨੁਭਵ ਕਰ ਸਕਦੇ ਹਨ। ਸੋ ਅਗਰ ਅਸੀਂ ਉੱਤਮ ਗੁਰੂ ਦੀ ਭਾਲ ਕਰਕੇ ਉਸ ਨੂੰ ਗੁਰੂ ਮੰਨ ਕੇ ਉਸ ਦਾ ਨਾਮਦਾਨ ਪ੍ਰਾਪਤ ਕਰਦੇ ਹਾਂ, ਤਾਂ ਅਸੀਂ ਮਨੁੱਖੀ ਜੀਵਨ ਨੂੰ ਸਫਲ ਕਰਨ ਦੇ ਅਧਿਕਾਰੀ ਹੋ ਜਾਂਦੇ ਹਾਂ। ਸੋ ਭਾਈ, ਐਸੇ ਸਤਿਗੁਰ ਦੀ ਸ਼ਰਣੀ ਜਾਣਾ ਚਾਹੀਦਾ ਹੈ ਜੋ ਸਾਡੇ ਭਰਮਾਂ ਨੂੰ ਨਸ਼ਟ ਕਰਕੇ ਮਨੁੱਖੀ ਜੀਵਨ ਦਾ ਕਲਿਆਣ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਰਾਜਾ ਬਲੀ ਕਰੋ ਭਲੀ, ਰਾਜਾ ਬਲੀ ਕਰੋ ਭਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।